ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੋਟੀਵੇਟਡ ਐਵਰੀਡੇ ਦੇ ਵਿੱਚ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਵਰ ਦੀ ਪ੍ਰਾਪਤੀ ਹੋਣਾ। ਇਸ ਤਰ੍ਹਾਂ ਜਦ ਕੁਝ ਦਿਨ ਇਕਾਂਤ ਵਿੱਚ ਬੈਠ ਕੇ ਬਤੀਤ ਹੋ ਗਏ ਤਾਂ ਆਪ ਜੀ ਨੇ ਇਹ ਵਿਚਾਰ ਕਿ ਜਿਸ ਤਰ੍ਹਾਂ ਹੋਰ ਸਾਰੇ ਸਿੱਖ ਗੁਰੂ ਜੀ ਦੀ ਕਈ ਪ੍ਰਕਾਰ ਦੀ ਸੇਵਾ ਕਰਦੇ ਹਨ, ਮੈਨੂੰ ਵੀ ਕਰਨੀ ਚਾਹੀਦੀ ਹੈ। ਸੋ ਭਾਈ ਬੁੱਢਾ ਜੀ ਤੋਂ ਆਗਿਆ ਲੈ ਕੇ ਆਪ ਜੀ ਲੰਗਰ ਵਾਸਤੇ ਜਲ ਢੋਣ ਦੀ ਸੇਵਾ ਕਰਨ ਲੱਗ ਪਏ। ਸਾਰਾ ਦਿਨ ਜਲ ਦੀਆਂ ਗਾਗਰਾਂ ਢੋ ਢੋ ਕੇ ਲੰਗਰ ਦੇ ਛਕਣ ਵਾਸਤੇ ਅਤੇ ਵਰਤਣ ਵਾਸਤੇ ਲਿਆਈ ਜਾਂਦੇ। ਅੰਮ੍ਰਿਤ ਵੇਲੇ ਜਦ ਸ਼੍ਰੀ ਗੁਰੂ ਅੰਗਦ ਜੀ ਦੇ ਇਸ਼ਨਾਨ ਕਰਨ ਦਾ ਸਮਾਂ ਹੁੰਦਾ ਤਾਂ ਆਪ ਜੀ ਉਸ ਸਮੇਂ ਤੋਂ ਪਹਿਲਾਂ ਹੀ ਉੱਠ ਕੇ ਬਹੁਤ ਗਾਗਰਾਂ ਅਤੇ ਘੜੇ ਪਾਣੀ ਦੇ ਭਰ ਕੇ ਰੱਖ ਦਿੰਦੇ। ਪਹਿਲਾਂ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ ਤੇ ਫਿਰ ਕੱਪੜੇ ਧੋ ਕੇ ਸੁਕਾ ਕੇ ਗੁਰੂ ਜੀ ਨੂੰ ਪਹਿਨਾਉਂਦੇ। ਉਪਰੰਤ ਆਪ ਜੀ ਇਕਾਂਤ ਹੋ ਕੇ ਸਤਿਗੁਰੂ ਦੀ ਮੂਰਤੀ ਦਾ ਧਿਆਨ ਕਰਕੇ ਬੈਠ ਜਾਂਦੇ। ਆਪ ਜੀ ਸੇਵਾ ਵਿੱਚ ਇਸ ਤਰ੍ਹਾਂ ਤਤਪਰ ਹੋ ਗਏ ਕਿ ਆਪ ਜੀ ਨੂੰ ਆਪਣੇ ਖਾਣ ਪੀਣ ਜਾਂ ਕੱਪੜੇ ਪਹਿਨਣ ਦੀ ਵੀ ਕੋਈ ਲਾਲਸਾ ਨਾ ਰਹੀ। ਜਦ 1 ਸਾਲ ਇਸ ਤਰ੍ਹਾਂ ਬੀਤ ਗਿਆ ਤਾਂ ਆਪ ਜੀ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਅਤੇ ਸਰੀਰ ਦੇ ਕੱਪੜੇ ਵੀ ਪੁਰਾਣੇ ਹੋ ਗਏ। 1 ਸਾਲ ਉਪਰੰਤ ਗੁਰੂ ਜੀ ਨੇ ਆਪ ਜੀ ਨੂੰ 1.5 ਕੁ ਗਜ ਰੁਮਾਲ ਦਿੱਤਾ, ਜੋ ਆਪ ਜੀ ਨੇ ਗੁਰੂ ਜੀ ਵੱਲੋਂ ਪ੍ਰਸ਼ਾਦ ਸਮਝ ਕੇ ਸਿਰ ਤੇ ਲਪੇਟ ਲਿਆ। ਆਪ ਜੀ 72 ਸਾਲ ਦੀ ਉਮਰ ਵਿੱਚ ਗੁਰੂ ਜੀ ਪਾਸ ਆਏ ਸਨ। ਭਾਵੇਂ ਆਪ ਜੀ ਦਾ ਸਰੀਰ ਬਿਰਧ ਹੋ ਗਿਆ ਸੀ, ਪਰ ਸੇਵਾ ਬੜੇ ਉਤਸ਼ਾਹ ਅਤੇ ਉਦਮ ਨਾਲ ਕਰਦੇ ਸਨ। ਗਾਗਰਾਂ ਢੋ ਕੇ ਪਾਣੀ ਦੀ ਤੋਟ ਨਹੀਂ ਆਉਣ ਦਿੰਦੇ ਸਨ। ਆਪਣੇ ਬਿਰਧ ਸਰੀਰ ਤੇ ਕੁਟੁੰਬ ਦੀ ਕੋਈ ਪਰਵਾਹ ਨਹੀਂ ਸਨ ਕਰਦੇ। ਸਰੀਰ ਕਰਕੇ ਗੁਰੂ ਜੀ ਦੀ ਸੇਵਾ ਕਰਦੇ ਸਨ ਅਤੇ ਮਨ ਕਰਕੇ ਸਦਾ ਚਿੰਤਨ ਕਰਦੇ ਰਹਿੰਦੇ ਸਨ। ਇਸ ਤਰ੍ਹਾਂ ਆਪ ਜੀ ਆਪਣੀ ਮਾਣ ਵਡਿਆਈ ਦਾ ਹੰਕਾਰ ਅਤੇ ਪਰਿਵਾਰ ਦਾ ਮੋਹ ਤਿਆਗ ਕੇ ਰਾਤ ਦਿਨ ਗੁਰੂ ਜੀ ਦੀ ਸੇਵਾ ਵਿੱਚ ਮਗਨ ਰਹਿੰਦੇ ਸਨ। ਜਦ ਦੂਸਰਾ ਸਾਲ ਬਤੀਤ ਹੋ ਗਿਆ ਤਾਂ ਸ਼੍ਰੀ ਗੁਰੂ ਜੀ ਨੇ ਆਪ ਜੀ ਨੂੰ ਫਿਰ 1 ਰੁਮਾਲ ਦਿੱਤਾ, ਜਿਸ ਨੂੰ ਆਪ ਜੀ ਨੇ ਪਹਿਲਾਂ ਵਾਂਗੂ ਹੀ ਗੁਰੂ ਜੀ ਦੀ ਬਖਸ਼ਿਸ਼ ਜਾਣ ਕੇ ਸਤਿਕਾਰ ਨਾਲ ਲਪੇਟ ਲਿਆ। ਗੁਰੂ ਜੀ ਦੀ ਇਸ ਬਖਸ਼ਿਸ਼ ਨੂੰ ਸਦਾ ਹੀ ਸੀਸ ਉੱਤੇ ਰੱਖਣ ਵਾਸਤੇ ਆਪ ਜੀ ਉੱਪਰ ਰੱਸੀ ਨਾਲ ਕੱਸ ਕੇ ਬੰਨ੍ਹ ਲੈਂਦੇ ਅਤੇ ਕਿਸੇ ਸਮੇਂ ਵੀ ਸਿਰ ਤੋਂ ਨਾ ਉਤਾਰਦੇ। ਜਿਉਂ-ਜਿਉਂ ਆਪ ਜੀ ਦੀ ਉਮਰ ਘਟਦੀ ਜਾਂਦੀ ਸੀ, ਤਿਉਂ-ਤਿਉਂ ਆਪ ਜੀ ਦਾ ਪ੍ਰੇਮ ਵੱਧਦਾ ਜਾਂਦਾ ਸੀ। ਤੀਸਰੇ ਸਾਲ ਫਿਰ ਜਦ ਗੁਰੂ ਜੀ ਨੇ ਆਪ ਜੀ ਨੂੰ 1.5 ਗਜ ਦਾ ਰੁਮਾਲ ਦਿੱਤਾ ਤਾਂ ਆਪ ਜੀ ਨੇ ਉਹਨੂੰ ਵੀ ਪਹਿਲੇ 2 ਰੁਮਾਲਾਂ ਉੱਪਰ ਲਪੇਟ ਕੇ ਰੱਸੀ ਨਾਲ ਬੰਨ੍ਹ ਲਿਆ। ਸੇਵਾ ਵਿੱਚ ਲੱਗ ਕੇ ਆਪ ਜੀ ਨੂੰ ਆਪਣੇ ਸਰੀਰ ਦੀ ਸੁੱਧ ਵੀ ਭੁੱਲੀ ਹੋਈ ਸੀ। ਆਪ ਜੀ ਦੇ ਹੱਥ ਪੈਰ ਫਟ ਗਏ ਅਤੇ ਆਪਣੇ ਰੰਗ ਤੋਂ ਬੇਰੰਗ ਹੋ ਗਏ। ਪਹਿਰ ਰਾਤ ਰਹਿੰਦੀ ਉੱਠ ਕੇ ਆਪ ਜੀ ਪਾਣੀ ਦੀ ਗਾਗਰ ਲਿਆ ਕੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ, ਚਰਨ ਧੋਂਦੇ ਅਤੇ ਕੱਪੜੇ ਧੋ ਕੇ ਫਿਰ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਬੈਠ ਜਾਂਦੇ। ਉਪਰੰਤ ਲੰਗਰ ਵਾਸਤੇ ਪਾਣੀ ਦੇ ਘੜੇ ਭਰ ਕੇ ਰੱਖਦੇ, ਲੰਗਰ ਵਾਸਤੇ ਲੱਕੜਾਂ ਲਿਆਉਂਦੇ, ਲੋਹਾ ਹੇਠ ਅੱਗ ਬਾਲਦੇ, ਲੱਕੜਾਂ ਝੋਕਦੇ ਅਤੇ ਫਿਰ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ। ਪ੍ਰਸ਼ਾਦਾ ਛਕ ਕੇ ਲੰਗਰ ਦੇ ਭਾਂਡੇ ਮਾਂਜਦੇ। ਗਰਮੀ ਦਾ ਮੌਸਮ ਹੋਵੇ ਤਾਂ ਪੱਖਾ ਝੱਲਦੇ। ਗੁਰੂ ਜੀ ਦੇ ਵਿਸ਼ਰਾਮ ਵਾਸਤੇ ਆਪ ਜੀ ਦਾ ਪਲੰਗ ਵਿਛਾਉਂਦੇ ਅਤੇ ਮੁੱਠੀ ਚਾਪੀ ਦੀ ਸੇਵਾ ਕਰਦੇ। ਆਪ ਜੀ ਦੇ ਚਰਨ ਘੁੱਟਦੇ। ਫਿਰ 4 ਸਾਲ ਬੀਤ ਗਏ ਤਾਂ ਗੁਰੂ ਜੀ ਆਪ ਜੀ ਨੂੰ ਚੌਥਾ ਰੁਮਾਲ ਦਿੱਤਾ, ਜਿਸ ਨੂੰ ਆਪ ਜੀ ਨੇ ਪਹਿਲਿਆਂ ਵਾਂਗ ਹੀ ਸਿਰ ਤੇ ਬੰਨ੍ਹ ਲਿਆ। 5ਵੇਂ ਸਾਲ 5ਵਾਂ ਤੇ 6ਵੇਂ ਸਾਲ 6ਵਾਂ ਰੁਮਾਲ ਗੁਰੂ ਜੀ ਨੇ ਆਪ ਜੀ ਨੂੰ ਦਿੱਤਾ ਅਤੇ 7ਵੇਂ ਸਾਲ 7ਵਾਂ, ਜੋ ਆਪ ਜੀ ਇੱਕ ਦੂਜੇ ਦੇ ਉੱਪਰ ਹੀ ਬੰਨ੍ਹੀ ਗਏ। ਹੁਣ ਆਪ ਜੀ ਨੂੰ ਹਿਰਦੇ ਵਿੱਚ ਕੁਝ ਗਿਆਨ ਦਾ ਪ੍ਰਕਾਸ਼ ਵੀ ਹੋ ਗਿਆ, ਜਿਸ ਨਾਲ ਕਰਾਮਾਤ ਦੀ ਸ਼ਕਤੀ ਹੋ ਗਈ ਅਤੇ ਮਨ ਵਿੱਚ ਸਿੱਧੀਆਂ ਫੁਰਨ ਲੱਗ ਪਈਆਂ। ਇੱਕ ਦਿਨ ਜਦ ਗੁਰੂ ਜੀ ਵਿਸ਼ਰਾਮ ਕਰ ਰਹੇ ਸਨ ਤਾਂ ਆਪ ਜੀ ਨੇ ਵੇਖਿਆ ਕਿ ਗੁਰੂ ਜੀ ਦੇ ਪੈਰ ਦਾ ਅੰਗੂਠਾ ਸਦਾ ਹੀ ਸਿੰਮਦਾ ਰਹਿੰਦਾ ਹੈ, ਜਿਸ ਨਾਲ ਆਪ ਜੀ ਨੂੰ ਸਦਾ ਕਸ਼ਟ ਰਹਿੰਦਾ ਹੈ। ਇਹ ਨਹੀਂ ਹੋਣਾ ਚਾਹੀਦਾ। ਇਹ ਵਿਚਾਰ ਕੇ ਆਪ ਜੀ ਨੇ ਆਪਣੀ ਸ਼ਕਤੀ ਨਾਲ ਗੁਰੂ ਜੀ ਦੇ ਅੰਗੂਠੇ ਦਾ ਰੋਗ ਦੂਰ ਕਰ ਦਿੱਤਾ। ਇਸ ਨੂੰ ਜਦ ਸ਼੍ਰੀ ਗੁਰੂ ਅੰਗਦ ਜੀ ਨੇ ਨੀਂਦ ਤੋਂ ਉੱਠ ਕੇ ਵੇਖਿਆ ਤਾਂ ਆਪ ਜੀ ਨੂੰ ਕਿਹਾ, ਪੁਰਖਾ, ਤੂੰ ਇਹ ਕੀ ਕੀਤਾ ਹੈ?
ਤੇਰੇ ਪਾਸੋਂ ਥੋੜ੍ਹੀ ਜਿੰਨੀ ਸ਼ਕਤੀ ਵੀ ਸਹਾਰੀ ਨਹੀਂ ਜਾਂਦੀ। ਇਹਨਾਂ ਪੈਰਾਂ 'ਤੇ ਤਿਲੋਕੀ ਇਸ਼ਨਾਥ ਸ਼੍ਰੀ ਗੁਰੂ ਨਾਨਕ ਜੀ ਨੇ ਸਾਨੂੰ ਗੁਰਤਾ ਗੱਦੀ ਦੇਣ ਸਮੇਂ ਸ਼ੀਸ਼ ਨਿਵਾਇਆ ਸੀ, ਸੋ ਇਹਨਾਂ ਨੂੰ ਕਸ਼ਟ ਮਿਲਣਾ ਹੀ ਚਾਹੀਦਾ ਸੀ। ਤੂੰ ਇਹ ਰੋਗ ਕਿਉਂ ਹਟਾ ਦਿੱਤਾ ਹੈ? ਅੱਗੇ ਤੋਂ ਫਿਰ ਐਸਾ ਕੰਮ ਕਦੀ ਨਾ ਕਰਨਾ, ਭਾਵੇਂ ਕੁਝ ਹੋ ਜਾਵੇ। ਇਸ ਸਾਡੀ ਸਿੱਖਿਆ ਨੂੰ ਦ੍ਰਿੜ ਨਿਸ਼ਚੇ ਕਰ ਲਵੋ। ਗੁਰੂ ਜੀ ਦੇ ਇਹ ਬਚਨ ਸੁਣ ਕੇ ਸ਼੍ਰੀ ਅਮਰਦਾਸ ਜੀ ਨੇ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗੀ ਅਤੇ ਅੱਗੇ ਤੋਂ ਆਗਿਆ ਅਨੁਸਾਰ ਰਹਿਣ ਦਾ ਪ੍ਰਣ ਕੀਤਾ। ਸ਼੍ਰੀ ਅਮਰਦਾਸ ਜੀ ਇਸ ਤਨ ਮਨ ਨਾਲ 11 ਸਾਲ ਗੁਰੂ ਜੀ ਦੀ ਸੇਵਾ ਕਰਦੇ ਰਹੇ ਤੇ ਸਾਲ ਦੇ ਸਾਲ ਜੋ 1.5 ਗਜ਼ ਦਾ ਰੁਮਾਲ ਆਪ ਜੀ ਨੂੰ ਬਖਸ਼ਿਸ਼ ਹੁੰਦਾ ਰਿਹਾ, ਉਹ ਆਪਣੇ ਸੀਸ ਉੱਪਰ ਹੀ ਰੱਸੀ ਨਾਲ ਘੁੱਟ ਕੇ ਬੰਨੀ ਜਾਂਦੇ ਰਹੇ। ਇਹਨਾਂ ਰੁਮਾਲਾਂ ਦਾ ਇੱਕ ਵੱਡਾ ਮਡਾਸਾ ਆਪ ਜੀ ਦੇ ਸਿਰ ਉੱਤੇ ਵੱਜ ਗਿਆ। ਜਦ ਇਸ ਤਰ੍ਹਾਂ 12 ਸਾਲ ਕਠਿਨ ਸੇਵਾ ਕਰਦਿਆਂ ਨੂੰ ਬੀਤ ਗਏ ਤੇ ਆਪ ਜੀ ਦੇ ਹੱਥ ਪੈਰ ਬਿਆਈਆਂ ਨਾਲ ਫਟ ਗਏ ਤੇ ਸਰੀਰ ਬੜਾ ਕਮਜ਼ੋਰ ਤੇ ਕੋਝਾ ਜਿਹਾ ਹੋ ਗਿਆ। ਆਪ ਜੀ ਦਾ ਸਰੀਰ ਮਧਰਾ ਤੇ ਪਤਲਾ ਸੀ, ਜੋ ਬਿਰਧ ਅਵਸਥਾ ਹੋਣ ਦੇ ਕਾਰਨ ਬਹੁਤ ਨਿਰਬਲ ਹੋ ਚੁੱਕਾ ਸੀ। ਗਰਮੀ ਹੋਵੇ, ਸਰਦੀ ਹੋਵੇ ਅਥਵਾ ਵਰਖਾ ਹੋਵੇ, ਆਪ ਜੀ ਦਾ ਸਦਾ ਇੱਕਸਾਰ ਸੇਵਾ ਵਿੱਚ ਜੁਟੇ ਰਹਿੰਦੇ ਸਨ। ਆਪ ਜੀ ਦੀ ਇਸ ਤਰ੍ਹਾਂ ਦੀ ਕਠਿਨ ਸੇਵਾ ਵੇਖ ਕੇ ਲੋਕ ਬਹੁਤ ਹੈਰਾਨ ਹੁੰਦੇ ਸਨ ਅਤੇ ਕੁਝ ਲੋਕ ਆਪ ਜੀ 'ਤੇ ਹੱਸਦੇ ਸਨ ਕਿ ਘਰੋਂ ਬਾਹਰ ਨਿਕਲ ਕੇ ਟੁਕੜੇ ਖਾਣ ਵਾਸਤੇ ਬੈਠਾ ਹੋਇਆ ਹੈ, ਇਸ ਦਾ ਕੋਈ ਥਾਂ ਟਿਕਾਣਾ ਨਹੀਂ ਰਿਹਾ ਤੇ ਇੱਥੇ ਆਣ ਟਿਕਿਆ ਹੈ। ਰੋਟੀ ਖਾਣ ਵਾਸਤੇ ਹੀ ਸਾਰਿਆਂ ਦੇ ਅੱਗੇ ਪਿੱਛੇ ਹੋ ਕੇ ਸੇਵਾ ਕਰਦਾ ਫਿਰਦਾ ਹੈ। ਸਿੱਖਾਂ ਅਤੇ ਨਿੰਦਕਾਂ ਪਾਸੋਂ ਐਸੇ ਨਿਰਾਦਰੀ ਦੇ ਬਚਨ ਸੁਣ ਕੇ ਆਪ ਜੀ ਕਦੀ ਵੀ ਕਿਸੇ ਤਰ੍ਹਾਂ ਦਾ ਗੁੱਸਾ ਨਹੀਂ ਕਰਦੇ ਸਨ। ਆਪ ਜੀ ਦਾ ਧਿਆਨ ਕੇਵਲ ਗੁਰੂ ਜੀ ਦੀ ਇੱਕ ਸੇਵਾ ਵਿੱਚ ਹੀ ਲੱਗਾ ਰਹਿੰਦਾ ਸੀ। ਸਿਆਲ ਦੀ ਕਾਲੀ ਘਟਾ ਛਾਈ ਹੋਈ ਸੀ ਅਤੇ ਕੁਝ ਮੀਂਹ ਪੈ ਰਿਹਾ ਸੀ, ਜਿਸ ਨਾਲ ਚਿੱਕੜ ਹੋਇਆ ਸੀ। ਲੋਕ ਆਪਣੇ ਘਰਾਂ ਵਿੱਚ ਲੇਫ ਤੁਲਾਈਆਂ ਲੈ ਕੇ ਸੁੱਤੇ ਹੋਏ ਸਨ। ਪਹਿਰ ਰਾਤ ਰਹਿੰਦੀ ਜਦ ਗੁਰੂ ਜੀ ਦੇ ਇਸ਼ਨਾਨ ਕਰਨ ਦਾ ਸਮਾਂ ਹੋਇਆ ਤਾਂ ਆਪ ਜੀ ਗਾਗਰ ਲੈ ਕੇ ਪਾਣੀ ਲੈਣ ਲਈ ਉੱਠੇ ਅਤੇ ਪਾਣੀ ਦੀ ਗਾਗਰ ਭਰ ਕੇ ਹੌਲੀ ਹੌਲੀ ਚਿੱਕੜ ਦੀ ਤਿਲਕਣ ਤੋਂ ਬਚ ਕੇ ਵਾਪਸ ਤੁਰ ਪਏ। ਰਸਤੇ ਵਿੱਚ ਜੁਲਾਹੇ ਦਾ ਖੰਡੀ ਦਾ ਕਰੀਰ ਦਾ ਕਿੱਲਾ ਗੱਡਿਆ ਹੋਇਆ ਸੀ। ਅੰਧੇਰੇ ਦੇ ਕਾਰਨ ਆਪ ਜੀ ਨੂੰ ਉਸ ਦਾ ਠੇਡਾ ਲੱਗ ਗਿਆ। ਬਿਰਧ ਸਰੀਰ ਕਰਕੇ ਆਪ ਜੀ ਨੇ ਗਾਗਰ ਦਾ ਪਾਣੀ ਨਾ ਡੁੱਲਣ ਦਿੱਤਾ ਅਤੇ ਫਿਰ ਆਪਣਾ ਆਪ ਸੰਭਾਲ ਕੇ ਸਿਰ 'ਤੇ ਚੁੱਕ ਕੇ ਤੁਰ ਪਏ। ਖੰਡੀ ਵਾਲੀ ਜੁਲਾਹੀ ਤੇ ਜੁਲਾਹੇ ਨੇ ਜਦ ਆਪ ਜੀ ਦੇ ਡਿੱਗਣ ਦਾ ਖੜਾਕ ਸੁਣਿਆ ਤਾਂ ਜੁਲਾਹੇ ਨੇ ਕਿਹਾ, ਬਾਹਰ ਕੌਣ ਹੈ? ਕੋਈ ਚੋਰ ਹੈ ਜਾਂ ਕੋਈ ਹੋਰ ਪੁਰਸ਼? ਜੁਲਾਹੇ ਦੀ ਗੱਲ ਸੁਣ ਕੇ ਸ਼੍ਰੀ ਅਮਰਦਾਸ ਜੀ ਨੇ ਕਿਹਾ, ਮੈਂ ਸਤਿਗੁਰੂ ਜੀ ਦਾ ਸੇਵਕ ਪਾਣੀ ਲੈ ਕੇ ਆ ਰਿਹਾ ਹਾਂ। ਜੁਲਾਹੇ ਨੇ ਕਿਹਾ, ਇਸ ਮੀਂਹ ਅਤੇ ਅੰਧੇਰੀ ਰਾਤ ਦੇ ਸਮੇਂ ਪਾਲੇ ਵਿੱਚ ਇਹ ਕਿਹੜਾ ਦਾਸ ਹੈ? ਜੁਲਾਹੀ ਨੇ ਕਿਹਾ, ਹੋਰ ਐਸਾ ਕੋਈ ਨਹੀਂ ਹੋ ਸਕਦਾ। ਇੱਕ ਅਮਰੂ ਨਿਥਾਵਾਂ ਹੀ ਇਸ ਸਮੇਂ ਹੋ ਸਕਦਾ ਹੈ, ਜਿਸ ਨੂੰ ਰਾਤ ਦਿਨ ਚੈਨ ਨਹੀਂ ਆਉਂਦਾ ਤੇ ਤੁਰਿਆ ਹੀ ਫਿਰਦਾ ਹੈ। ਸਭ ਲੋਕ ਲਾਜ ਛੱਡ ਕੇ ਤਪੇ ਪਾਸ ਰਹਿੰਦਾ ਹੈ। ਜੁਲਾਹੀ ਦੀ ਇਹ ਗੱਲ ਸੁਣ ਕੇ ਸ਼੍ਰੀ ਅਮਰਦਾਸ ਜੀ ਨੇ ਕਿਹਾ, ਮੈਂ ਨਿਥਾਵਾਂ ਨਹੀਂ ਹਾਂ। ਮੇਰਾ ਸਤਿਗੁਰੂ ਸਭ ਤੋਂ ਵੱਡਾ ਤੇ ਵੱਡੀ ਸ਼ੋਭਾ ਵਾਲਾ ਹੈ। ਤੈਨੂੰ ਅਕਲ ਨਹੀਂ ਹੈ, ਤੂੰ ਕਮਲੀ ਹੈ ਜੋ ਇਹ ਗੱਲ ਕਹਿੰਦੀ ਹੈ। ਇਹ ਗੱਲ ਆਖ ਕੇ ਆਪ ਜੀ ਜਲ ਲੈ ਕੇ ਗੁਰੂ ਜੀ ਪਾਸ ਆ ਗਏ। ਅੱਗੋਂ ਸ਼੍ਰੀ ਗੁਰੂ ਅੰਗਦ ਦੇਵ ਜੀ, ਜੋ ਇਸ਼ਨਾਨ ਵਾਸਤੇ ਚੌਂਕੀ ਉੱਤੇ ਖੜ੍ਹ ਜਲ ਉਡੀਕ ਰਹੇ ਸਨ, ਉਹਨਾਂ ਨੇ ਇਹ ਸਾਰੀ ਵਾਰਤਾ ਸੁਣ ਕੇ ਵਿਚਾਰਿਆ ਕਿ ਅਮਰਦਾਸ ਜੀ ਬੜੇ ਧੀਰਜਵਾਨ ਹਨ, ਇਹਨਾਂ ਦੀ ਪਰਖ ਕਰਨੀ ਚਾਹੀਦੀ ਹੈ। ਸ਼੍ਰੀ ਅਮਰਦਾਸ ਜੀ ਨੇ ਜਲ ਲਿਆ ਕੇ ਗੁਰੂ ਜੀ ਨੂੰ ਇਸ਼ਨਾਨ ਕਰਾਇਆ ਤੇ ਹੋਰ ਸੇਵਾ ਵਿੱਚ ਲੱਗ ਗਏ। ਉੱਧਰ ਆਪ ਜੀ ਦੇ ਬਚਨਾਂ ਕਰਕੇ ਜੁਲਾਹੀ ਕਮਲੀ ਹੋ ਗਈ, ਮੂੰਹ ਤੋਂ ਅਰਲ ਬਰਲ ਬੋਲਣ ਲੱਗ ਪਈ ਅਤੇ ਹੱਥਾਂ ਨੂੰ ਦੰਦੀਆਂ ਵੱਢਦੀ। ਜਦ ਗੁਰੂ ਜੀ ਸਵੇਰੇ ਸਮਾਧੀ ਤੋਂ ਉੱਠੇ ਤਾਂ ਆਪ ਜੀ ਨੇ ਸ਼੍ਰੀ ਅਮਰਦਾਸ ਜੀ ਨੂੰ ਪੁੱਛਿਆ, ਪੁਰਖਾ, ਅੱਜ ਅੰਮ੍ਰਿਤ ਵੇਲੇ ਕੀ ਗੱਲ ਹੋਈ ਸੀ? ਉਹ ਸਾਰਾ ਬਿਰਤਾਂਤ ਸਾਨੂੰ ਦੱਸ। ਆਪ ਜੀ ਨੇ ਹੱਥ ਜੋੜ ਕੇ ਕਿਹਾ, ਆਪ ਅੰਤਰਯਾਮੀ ਹੋ, ਸਭ ਕੁਝ ਜਾਣਦੇ ਹੋ। ਮੈਨੂੰ ਡਰ ਲੱਗਦਾ ਹੈ ਕਿ ਆਪ ਜੀ ਨੂੰ ਕੋਈ ਗੱਲ ਮੇਰੇ ਪਾਸੋਂ
ਹੋਰ ਤਰ੍ਹਾਂ ਨਾ ਸੁਣਾਈ ਜਾਵੇ। ਆਪ ਜੀ ਦਾ ਇਹ ਦੀਨ ਬਚਨ ਸੁਣ ਕੇ ਗੁਰੂ ਜੀ ਨੇ ਜੁਲਾਹੀ ਤੇ ਜੁਲਾਹੇ ਨੂੰ ਬੁਲਾ ਕੇ ਪੁੱਛਿਆ ਕਿ ਸੱਚ ਦੱਸੋ, ਰਾਤ ਨੂੰ ਕੀ ਵਾਰਤਾ ਹੋਈ ਸੀ। ਜੁਲਾਹੇ ਨੇ ਕਿਹਾ, ਮਹਾਰਾਜ, ਇਹਨਾਂ ਦੇ ਡਿੱਗਣ ਨਾਲ ਜਦ ਮੈਂ ਖੜਾਕ ਸੁਣ ਕੇ ਕਿਹਾ ਕੌਣ ਹੈ, ਤਾਂ ਮੇਰੀ ਇਸ ਘਰਵਾਲੀ ਨੇ ਕਿਹਾ ਕਿ ਇਹ ਅਮਰੂ ਨਿਥਾਵਾ ਹੋਵੇਗਾ। ਇਹਨਾਂ ਨੇ ਇਹ ਗੱਲ ਸੁਣ ਕੇ ਕਿਹਾ, ਝੱਲੀਏ, ਮੈਂ ਨਿਥਾਵਾ ਨਹੀਂ ਹਾਂ। ਇਹਨਾਂ ਦੇ ਇਸ ਬਚਨ ਨਾਲ ਮੇਰੀ ਘਰਵਾਲੀ ਝੱਲੀ ਹੋਈ ਹੈ। ਆਪ ਕਿਰਪਾ ਕਰੋ, ਇਹ ਰਾਜੀ ਹੋ ਕੇ ਆਪਣੇ ਘਰ ਦਾ ਕੰਮ ਕਾਜ ਕਰੇ, ਨਹੀਂ ਤਾਂ ਮੇਰਾ ਘਰ ਵੈਰਾਨ ਹੋ ਜਾਵੇਗਾ। ਤਦ ਗੁਰੂ ਜੀ ਨੇ ਕਿਹਾ, ਸ਼੍ਰੀ ਅਮਰਦਾਸ, ਨਿਥਾਵਿਆਂ ਦਾ ਥਾਂ ਹੈ, ਨਿਮਾਣਿਆਂ ਦਾ ਮਾਣ ਹੈ, ਨਿਉਟਿਆਂ ਦੀ ਓਟ ਹੈ, ਨਿਤਰਿਆਂ ਦੀ ਧਿਰ ਹੈ, ਨਿਜੋਰਿਆਂ ਦਾ ਜੋਰ ਹੈ, ਇਹਨਾਂ ਦੇ ਬਰਾਬਰ ਹੋਰ ਕੋਈ ਨਹੀਂ ਹੈ। ਇਤਿਆਦਿਕ ਗੁਰੂ ਜੀ ਨੇ 12 ਵਰ ਦਿੱਤੇ ਅਤੇ ਪ੍ਰਸੰਨ ਹੋ ਕੇ ਆਪਣੇ ਗਲ ਨਾਲ ਲਾ ਲਿਆ ਅਤੇ ਬਚਨ ਕੀਤਾ ਕਿ ਮੇਰੇ ਅੰਗਾਂ ਨਾਲ ਮਿਲ ਕੇ ਤੁਸੀਂ ਮੇਰਾ ਹੀ ਰੂਪ ਹੋ ਗਏ ਹੋ। ਉੱਧਰ ਕਿਰਪਾ ਦ੍ਰਿਸ਼ਟੀ ਕਰਕੇ ਜੁਲਾਹੀ ਨੂੰ ਰਾਜੀ ਕਰ ਦਿੱਤਾ ਅਤੇ ਉਹ ਦੋਨੋਂ ਹੀ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਘਰ ਨੂੰ ਚਲੇ ਗਏ।